मामला कुछ ऐसा है, ਅਸੀਂ ਕੱਲ भी गल की सी कि ਰੀਅਲ ਸਟੇਟ ਜਿਹੜੀ ਹੈ ਉਹ ਇਸ ਵੇਲੇ ਇੱਕ ਪਾਸੇ ਤੇ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਅਸੀਂ ਕੱਲ ਤੁਹਾਨੂੰ ਦੱਸਿਆ ਸੀ ਕਿ 50% ਤੋਂ ਜ਼ਿਆਦਾ 57% ਜਿਹੜੇ ਲੋਕ ਹੈ ਉਹ ਇਹ ਮਹਿਸੂਸ ਕਰਦੇ ਆ ਕਿ ਜਿਹੜੇ ਸ਼ਹਿਰ 'ਚੋਂ ਰਹਿੰਦੇ ਆ ਉੱਥੇ ਉਹ ਘਰ ਅਫੋਰਡ ਨਹੀਂ ਕਰ ਪਾਉਣਗੇ, ਕਦੀ ਵੀ ਨਹੀਂ ਕਰ ਪਾਉਣਗੇ। ਤੇ ਜੇ ਟੋਰਾਂਟੋ ਦੀ ਗੱਲ ਕਰੀਏ, ਟੋਰਾਂਟੋ ਸ਼ਹਿਰ ਦੀ, ਤੇ ਕਮ ਸੇ ਕਮ 74% ਟੋਰਾਂਟੋ ਦੇ ਵਿੱਚ ਲੋਕ ਐਸੇ ਹੈ ਜਿਹੜੇ ਟੋਰਾਂਟੋ ਦੇ ਵਿੱਚ ਘਰ ਲੈਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਹੁਣ, ਫਸਟ ਟਾਈਮ ਖਾਸ ਤੌਰ 'ਤੇ ਹੋਮ ਬਾਇਰਸ। ਤਾਂ ਕੋਈ ਦੂਰ ਦਰਾਡੇ ਲੋਕ ਕੋਈ ਜਾ ਕੇ ਜਿਹੜੇ ਛੋਟੇ ਛੋਟੇ ਟਾਊਨਸ ਨੇ ਉੱਥੇ ਕਈ ਲੋਕ ਘਰ ਲੈ ਰਹੇ ਹੈ। ਬਹੁਤ ਲੋਕ ਕੈਲਗਰੀ, ਐਡਮਿੰਟਨ ਵੀ ਮੂਵ ਹੋ ਰਹੇ ਹੈ, ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਜਦੋਂ PR ਮਿਲਦੀ ਹੈ, ਪੱਕੇ ਹੁੰਦੇ ਹੈ, ਉਹਨਾਂ ਨੂੰ ਲੱਗਦਾ ਕਿ ਜੇ ਜੋਬ ਲੈਣੀ ਹੈ ਤਾਂ ਉੱਧਰ ਜਾ ਕੇ ਲਵੋ, ਕਮ ਸੇ ਕਮ ਘਰ ਤੇ ਅਫੋਰਡ ਕਰ ਪਾਵਾਂਗੇ। ਤਾਂ ਘਰ ਲੈਣ ਦਾ ਇੱਕ ਪਾਸੇ ਸੁਪਨਾ ਜਿਹੜਾ ਇਨਸਾਨ ਦਾ, ਜਿਹੜਾ ਕਿ ਕਿਸੇ ਵੇਲੇ 0 ਡਾਊਨ 'ਤੇ ਵੀ ਮਿਲ ਜਾਂਦਾ ਸੀ ਆਰਾਮ ਨਾਲ, 5% ਦੇ ਉੱਤੇ ਡਾਊਨ 'ਤੇ ਆਰਾਮ ਨਾਲ ਘਰ ਲੋਕਾਂ ਨੂੰ ਮਿਲ ਜਾਂਦਾ ਸੀ। ਹੁਣ ਤਾਂ ਹਾਲਾਤ ਬਦਲਦੇ ਇੱਕ ਪਾਸੇ ਤੇ ਇਹ, ਦੂਜੇ ਪਾਸੇ ਇੱਕ ਹੋਰ ਜਿਹੜੀ ਵੱਡੀ ਚਿੰਤਾ ਦੀ ਗੱਲ ਬਣਦੀ ਜਾ ਰਹੀ ਉਹ ਇਹ ਹੈ ਕਿ ਜਿਹੜੇ ਬਿਲਡਰਸ ਹੈ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੇ ਡਿਲੇ ਹੋ ਗਿਆ ਪ੍ਰੋਜੈਕਟ ਜਾਂ ਅਗਲੇ 2, 3, 4 ਸਾਲਾਂ 'ਚ ਖਾਸ ਤੌਰ 'ਤੇ ਜਿਹੜੇ ਪ੍ਰੋਜੈਕਟ ਜਾ ਕੇ ਬਣਨੇ ਹੈ, ਅੱਜ ਜਿਹੜੀਆਂ ਪ੍ਰਾਈਸਿਸ ਨੇ ਉਹ 20% ਕੰਸਟਰਕਸ਼ਨ ਦੇ ਜਿਹੜੇ ਕਾਸਟ ਹੈ ਉਹ ਵੱਧ ਰਹੀ ਹੈ। ਤਾਂ ਬਿਲਡਰ ਨੇ ਜਿਹੜਾ ਆਪਣਾ ਮਾਰਜਨ ਰੱਖਣਾ ਹੁੰਦਾ ਉਹ ਰੱਖ ਕੇ, ਜੇ ਉਹਨੂੰ ਇਹ ਲੱਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਉਠਾਵਾਂਗੇ ਬਜਾਏ ਪ੍ਰੋਜੈਕਟ ਬਣਾ ਕੇ ਕੁਛ 4 ਪੈਸੇ ਕਮਾਉਣ ਦੇ, ਇੱਕ ਨਵੀਂ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਜਿਹੜੀ ਉਹ ਵੀ ਦੇਖਣ ਨੂੰ ਮਿਲ ਰਹੀ ਹੈ। ਐਸੇ ਸਮੇਂ ਦੇ ਵਿੱਚ ਬਹੁਤ ਲੋਕਾਂ ਨੇ, ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਉਹਨਾਂ 'ਚ ਸ਼ਾਇਦ ਹੋਵੋ, ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਇਹਨਾਂ ਨਵੇਂ ਪ੍ਰੋਜੈਕਟਾਂ 'ਚ, ਖਾਸ ਤੌਰ 'ਤੇ ਕੰਡੋਮੀਨੀਅਮ ਪ੍ਰੋਜੈਕਟਾਂ ਦੇ ਵਿੱਚ। ਉਹਨਾਂ ਵਾਸਤੇ ਕੀ ਸਲਾਹ ਹੈ, ਗੱਲ ਕਰਦੇ ਹਾਂ ਪ੍ਰਵੀਨ ਅਰੋੜਾ ਨਾਲ। ਪ੍ਰਵੀਨ, ਸਵਾਗਤ ਕਰਦੇ ਹਾਂ। ਸੈਣੀ ਸਾਹਿਬ, ਮੇਰੇ ਕਿੰਨੇ ਪ੍ਰਵਾਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤਾਂ ਪ੍ਰਵੀਨ, ਤੁਸੀਂ ਵੀ ਪ੍ਰੀ ਕੰਸਟਰਕਸ਼ਨ ਨਾਲ ਬੜੇ ਲੰਮੇ ਸਮੇਂ ਤੋਂ ਡੀਲ ਕਰ ਰਹੇ ਹੋ ਔਰ ਖਾਸ ਤੌਰ 'ਤੇ ਕੌਂਡੋਜ਼ ਨਾਲ ਬਹੁਤ ਦੇਰ ਤੋਂ ਡੀਲ ਕਰ ਰਹੇ ਹੋ। ਤਾਂ ਇੱਕ ਨਵੀਂ ਤਰ੍ਹਾਂ ਦੀ, ਮੈਨੂੰ ਯਾਦ ਹੈ ਇੱਕ ਵਾਰੀ ਮਿਸਟਰ ਗੁਪਤਾ, ਮੈਂ ਨਾਂ ਹੀ ਲੈ ਰਿਹਾ, ਮਿਸਟਰ ਸਟੀਵ ਗੁਪਤਾ ਸਾਡੀ ਕਮਿਊਨਿਟੀ 'ਚ ਬੜਾ ਇੱਕ ਰਿਸਪੈਕਟੇਬਲ ਨਾਮ ਹੈ, ਹੋਟਲੀਅਰ ਨੇ। ਉਹਨਾਂ ਨੇ ਇੱਕ ਪ੍ਰੋਜੈਕਟ ਲਿਆ ਸੀ ਇੱਥੇ 400 ਜੇਨ ਦੇ ਲਾਗੇ ਬਣਾਉਣ ਲੱਗੇ ਸੀ, ਔਰ ਉਹ ਪ੍ਰੋਜੈਕਟ ਵੀ ਓਵਰਨਾਈਟ ਸੋਲਡ ਆਊਟ ਹੋ ਗਿਆ ਸੀ, ਇੰਨਾ ਜ਼ਿਆਦਾ ਉਹਦੀ ਡਿਮਾਂਡ ਸੀ। ਪਰ ਉਹਨਾਂ ਨੇ ਅਚਾਨਕ ਉਹਨੂੰ ਫਿਰ ਕੈਂਸਲ ਕਰ ਦਿੱਤਾ, ਉਸ ਪ੍ਰੋਜੈਕਟ ਨੂੰ ਅਬੰਡਨ ਕਰ ਦਿੱਤਾ। ਅਤੇ ਮੈਂ ਉਹਨਾਂ ਨੂੰ ਪੁੱਛਿਆ ਇੱਕ ਵਾਰੀ, ਉਹ ਮੈਨੂੰ ਕਹਿਣ ਲੱਗੇ, ਹੁਣ ਹਾਲਾਂਕਿ 4-5 ਸਾਲ ਪੁਰਾਣੀ ਮੇਰੇ ਖਿਆਲ ਗੱਲ ਹੋ ਗਈ, ਉਹ ਕਹਿਣ ਲੱਗੇ ਕਿ ਮੈਂ ਮਹਿਸੂਸ ਕੀਤਾ ਸੀ ਕਿ ਜਿਹੜੇ ਭਾਅ 'ਤੇ ਮੈਂ ਵੇਚ ਰਿਹਾ ਮੈਨੂੰ ਨੁਕਸਾਨ ਬਹੁਤ ਵੱਡਾ ਲਾਸ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਬਜਾਏ ਦੇ ਕਿ ਬਣਾ ਨਾ ਸਕੀਏ, ਡਿਲੀਵਰ ਨਾ ਕਰ ਸਕੀਏ, ਇਹਨੂੰ ਅਬੰਡਨ ਕਰਨਾ ਬੈਟਰ ਹੈ। ਉਸ ਵੇਲੇ ਵੀ, ਉਦੋਂ ਹਾਲਾਂਕਿ ਕੀਮਤਾਂ ਇੰਨੀਆਂ ਨਹੀਂ ਸੀ ਵੱਧ ਰਹੀਆਂ, ਕਾਸਟ ਇੰਨੀ ਨਹੀਂ ਸੀ ਜ਼ਿਆਦਾ, ਕੋਵਿਡ ਦਾ ਕੋਈ ਇਸ਼ੂ ਨਹੀਂ ਸੀ, ਬਹੁਤ ਪਹਿਲਾਂ ਦੀ ਇਹ ਗੱਲ ਹੈ, 4-5 ਸਾਲ ਪੁਰਾਣੀ। ਪਰ ਹੁਣ ਜਿਹੜੀ ਇਹ ਬੜੀ ਇੱਕ ਅਨਸਰਟਨਟੀ ਜੀ ਬਣਦੀ ਜਾ ਰਹੀ ਹੈ, ਮਟੀਰੀਅਲ ਮਿਲ ਨਹੀਂ ਰਿਹਾ, ਮਹਿੰਗਾ ਮਿਲ ਰਿਹਾ ਹੈ, ਇਹ ਸਾਰੇ ਦੇ ਚੱਲਦਿਆਂ ਪ੍ਰਵੀਨ ਤੁਹਾਡਾ ਕੀ ਵਿਚਾਰ ਹੈ? ਇਹ ਸੈਣੀ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਬਿਲਡਰਸ ਨੇ ਨਾ ਜੀ, ਜਦੋਂ ਉਹ ਪ੍ਰੋਜੈਕਟ ਕੋਈ ਵੀ ਬਣਾਉਂਦੇ ਆ ਜਾਂ ਵੇਚਦੇ ਆ ਜੀ, ਉਹਨਾਂ ਦੀ ਇੱਕ ਪ੍ਰੋਜੈਕਸ਼ਨ ਹੁੰਦੀ ਹੈ ਕਿ ਇੰਨੀ ਕੁ ਕਾਸਟ ਦੇ ਵਿੱਚ ਉਹ ਪ੍ਰੋਜੈਕਟ ਬਣਾ ਲੈਣਗੇ ਤੇ ਉਹਨੂੰ ਕੰਪਲੀਟ ਕਰ ਲੈਣਗੇ। ਹੋਇਆ ਕਿ ਹੁਣ ਕੋਵਿਡ ਕਰਕੇ ਤੇ ਇਨਫਲੇਸ਼ਨ ਕਰਕੇ ਉਹ ਜਿਹੜੇ ਪ੍ਰਾਈਸਿਸ ਸੀ, ਉਹਨਾਂ ਦੀ ਕਾਸਟ ਆ ਉਹਦੇ 'ਚ ਕਾਫੀ ਜ਼ਿਆਦਾ ਵੱਡੀ ਚੇਂਜ ਆਈ। ਹੁਣ ਇਹਦੇ 'ਚ 2 ਚੀਜ਼ਾਂ ਨੇ, ਇੱਕ ਤਾਂ ਇਹ ਚੀਜ਼ ਆ ਕਿ ਜਾਂ ਤਾਂ ਆਪਣਾ ਉਹ ਮਾਰਜਨ ਨੂੰ ਸ਼ਰਿੰਕ ਕਰਕੇ ਮਤਲਬ ਪ੍ਰੋਜੈਕਟ ਨੂੰ ਕੰਪਲੀਟ ਕਰਨ, ਮਤਲਬ ਕੰਜ਼ਿਊਮਰ ਨੂੰ, ਜੋ ਕਿ ਲੋਕ ਨੇ, ਬਾਇਰਸ ਨੇ, ਉਹਨਾਂ ਨੂੰ ਉਸੇ ਪ੍ਰਾਈਸ ਤੇ ਪ੍ਰੋਜੈਕਟ ਡਿਲੀਵਰ ਕਰਨ। ਇੱਕ ਤਾਂ ਉਹਨਾਂ ਕੋਲ ਇਹ ਆਪਸ਼ਨ ਹੁੰਦੀ ਆ। ਦੂਜੀ ਆਪਸ਼ਨ ਉਹਨਾਂ ਕੋਲ ਇਹ ਹੁੰਦੀ ਆ, ਕਿਉਂਕਿ ਬਿਲਡਰਸ ਦੇ ਜਿਹੜੇ ਐਗਰੀਮੈਂਟਸ ਨੇ ਸੈਣੀ ਸਾਹਿਬ, ਮੋਸਟ ਆਫ ਜਿਹੜੇ ਬਿਲਡਰਸ ਦੇ ਐਗਰੀਮੈਂਟ ਨੇ ਉਹਦੇ 'ਚ ਇਹ ਕਲੌਜ਼ ਹੁੰਦੀ ਆ, ਇਹਨੂੰ ਆਊਟ ਕਲੌਜ਼ ਬੋਲਦੇ ਆ, ਕਿ ਉਹ ਇਸ ਐਗਰੀਮੈਂਟ ਤੋਂ ਬਾਹਰ ਜਾ ਸਕਦੇ ਨੇ ਫॉर ਡਿਊ ਟੂ ਸਰਟਨ ਰੀਜ਼ਨਸ ਕਰਕੇ ਜੀ। ਔਰ ਕਈ ਵਾਰ ਕਈ ਬਿਲਡਰਾਂ ਨੇ ਉਹਦੇ 'ਚ ਕੋਈ ਐਸਕੇਲੇਸ਼ਨ ਕਲੌਜ਼ ਵੀ ਪਾਈ ਹੁੰਦੀ ਹੈ ਕਿ ਜੇ ਪ੍ਰਾਈਸ ਦੇ ਵਿੱਚ ਕੋਈ ਚੇਂਜ ਆਉਂਦੀ ਹੈ ਤਾਂ ਉਹਦਾ ਪ੍ਰਾਈਸ ਵੀ ਇਨਕਰੀਜ਼ ਕਰ ਸਕਦੇ ਆ। ਪਰ ਹੁੰਦਾ ਕੀ ਹੈ ਕਿ ਜਦੋਂ ਆਪਾਂ ਨਵੀਂ ਕੋਈ ਵੀ ਚੀਜ਼ ਬਾਏ ਕਰਦੇ ਆ, ਉਦੋਂ ਨਾ ਤਾਂ ਬਿਲਡਰ ਉਹ ਐਗਰੀਮੈਂਟ 'ਚ ਕੋਈ ਚੇਂਜ ਕਰਦੇ ਆ ਤੇ ਆਪਾਂ ਵੀ ਐਕਸਾਈਟਡ ਹੁੰਦੇ ਆ, ਤੇ ਨਾ ਹੀ ਆਪਾਂ ਨੂੰ ਫਿਊਚਰ ਬਾਰੇ ਪਤਾ ਹੁੰਦਾ ਕਿ ਆਉਣ ਵਾਲੇ ਟਾਈਮ 'ਚ ਕਿਹੜੀ ਚੀਜ਼ ਕਿਵੇਂ ਹੋਏਗੀ। ਸੋ ਉਹਦੇ ਕਰਕੇ ਬਿਲਡਰਾਂ ਦੇ ਕੋਲ ਕਈ ਥਾਵਾਂ ਤੇ ਇਹ ਰਾਈਟ ਵੀ ਹੈਗਾ ਜੀ ਆਪਣੇ ਕੰਟਰੈਕਟਸ ਨੂੰ ਕੈਂਸਲ ਕਰਨ ਦਾ। ਬਟ ਕਈ ਬਿਲਡਰ ਇੱਦਾਂ ਦੇ ਵੀ ਦੇਖਿਆ ਜੀ, ਮੈਂ ਪਿਛਲੇ 18 ਸਾਲ ਦੇ ਵਿੱਚ ਜਦੋਂ ਦਾ ਮੈਂ ਕੰਮ ਕਰ ਰਿਹਾ, ਕਿ ਉਹਨਾਂ ਨੇ ਜਿਸ ਪ੍ਰਾਈਸ ਤੇ ਪ੍ਰੋਜੈਕਟ ਵੇਚੇ, ਹਾਲਾਂਕਿ ਉਹ ਪੈਸੇ ਨਹੀਂ ਸੀ ਕਮਾ ਰਹੇ ਗਏ,
ਬਟ ਸਟਿਲ ਉਹਨਾਂ ਨੇ ਉਹ ਪ੍ਰੋਜੈਕਟ ਆ ਜਿਹੜੇ ਕੰਪਲੀਟ ਕੀਤੇ ਆਪਣੀ ਰੈਪੂਟੇਸ਼ਨ ਨੂੰ ਮੇਨਟੇਨ ਕਰਨ ਵਾਸਤੇ। ਇਹ ਜਿਵੇਂ ਕਹ ਲਓ ਤੁਸੀਂ ਬਿਲਡਰ ਟੂ ਬਿਲਡਰ ਚੀਜ਼ਾਂ ਕਾਫੀ ਵੇਰੀ ਕਰਦੀਆਂ। ਪ੍ਰਵੀਨ, ਤੁਹਾਡੇ ਨਾਲ ਗੱਲ ਕਰਦਿਆਂ ਇੱਕ ਹੋਰ ਖਬਰ ਮੈਂ ਧਿਆਨ 'ਚ ਮੇਰੇ ਆ ਰਹੀ ਹੈ ਕਿ ਇੱਕ ਹੋਰ ਸਰਵੇ ਹੋਇਆ, ਉਹਦੇ ਵਿੱਚ 50% ਤੋਂ ਜ਼ਿਆਦਾ ਕੈਨੇਡੀਅਨ ਜਿਹੜੇ ਉਹ ਇਹ ਮੰਨ ਰਹੇ ਹੈ ਕਿ ਜੀਵਨ ਭਰ ਉਹਨਾਂ ਨੇ ਕਦੀ ਵੀ ਘਰ ਨਹੀਂ ਖਰੀਦ ਪਾਣਾ, ਘਰ ਲੈਣ ਦਾ ਸੁਪਨਾ ਹੀ ਉਹਨਾਂ ਦਾ ਰਹਿ ਜਾਏਗਾ। ਉਹਨਾਂ ਨੂੰ ਯਕੀਨ ਨਹੀਂ ਇਸ ਗੱਲ ਦਾ ਕਿ ਕਦੀ ਉਹ ਘਰ ਖਰੀਦ ਪਾਣਗੇ। ਮੇਰਾ ਖਿਆਲ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਹੈ ਸਰਕਾਰ ਲਈ ਵੀ, ਖਾਸ ਤੌਰ ਦੇ ਉੱਤੇ। ਅਸੀਂ ਜਿਹਨਾਂ ਮੁਲਕਾਂ ਜਦੋਂ ਆਏ ਸੀ ਤੇ ਦੋ ਚੀਜ਼ਾਂ ਸੀ ਐਸੀਆਂ ਜਿਹੜੀਆਂ ਸਭ ਤੋਂ ਪਹਿਲਾਂ ਇਨਸਾਨ ਅਫੋਰਡ ਕਰਦਾ ਸੀ। ਸਭ ਤੋਂ ਪਹਿਲਾਂ ਤਾਂ ਨੰਬਰ 1 ਗੱਡੀ, ਕਿਉਂਕਿ ਇੱਥੇ ਮੌਸਮ ਹੈ, ਜਿਹੜਾ ਕਮਿਊਟ ਇੰਨਾ ਲੰਬਾ ਹੈ, ਟਰੈਵਲ ਹੈ ਕਿ ਬੱਸਾਂ 'ਚ ਗੱਲ ਨਹੀਂ ਬਣਦੀ, ਬੰਦਾ ਬੱਸਾਂ 'ਚ ਸਫ਼ਰ ਕਰਕੇ ਮੈਨੇਜ ਨਹੀਂ ਕਰ ਸਕਦਾ। ਤਾਂ ਇੱਥੇ ਚਾਹੀਦੀ ਆ ਬੰਦੇ ਨੂੰ ਕਾਰ ਹਰ ਹਾਲਤ ਦੇ ਵਿੱਚ। ਤਾਂ ਕਾਰ ਮਿਲਣੀ ਤੇ ਘਰ, ਇਹ ਦੋ ਚੀਜ਼ਾਂ ਐਸੀਆਂ ਸੀ ਜਿਹੜੀਆਂ ਸਭ ਤੋਂ ਈਜ਼ੀਲੀ ਅਫੋਰਡੇਬਲ ਸੀਗੀਆਂ ਔਰ ਮੈਨੇਜੇਬਲ ਵੀ ਸੀਗੀਆਂ। ਤੇ ਮੈਨੂੰ ਇਹ ਲੱਗਦਾ ਕਿ ਜੇ ਕਿਸੇ ਬੰਦੇ ਨੂੰ ਇਹ ਪਤਾ ਲੱਗੇ ਕਿ ਉਹ 20 ਸਾਲ 25 ਸਾਲ ਬਾਅਦ ਵੀ ਕਦੀ ਘਰ ਨਹੀਂ ਲੈ ਸਕੇਗਾ, ਇਹ ਤਾਂ ਬੜੀ ਹੀ ਫਿਰ ਇੱਕ ਡਿਸਅਪੁਆਇੰਟਮੈਂਟ ਵਾਲੀ ਗੱਲ ਹੋਈ। ਇਹ ਸੈਣੀ ਸਾਹਿਬ ਬੜੀ ਜਿਵੇਂ ਕਹਿ ਲਓ ਕਿ ਸੈਡ ਗੱਲ ਆ ਕਿ ਮਤਲਬ ਜਿਸ ਤਰ੍ਹਾਂ ਕਹਿ ਲਓ ਕਿ ਆਪਾਂ ਇਹ ਜੇ ਡਿਵੈਲਪਡ ਕੰਟਰੀ ਦੇ ਵਿੱਚ ਆ ਕੇ ਇੰਨੀ ਮਿਹਨਤ ਕਰਕੇ ਵੀ ਜੇ ਆਪਾਂ ਘਰ ਨਹੀਂ ਅਫੋਰਡ ਕਰ ਸਕਦੇ, ਪਰ ਜਿੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ ਉਹਦੇ 'ਚ ਇਹ ਗੱਲ ਬਿਲਕੁਲ ਸਹੀ ਆ ਕਿ ਜਿਹੜੇ ਬਹੁਤ ਲੋਕ ਨੇ ਉਹਨਾਂ ਦੇ ਲਈ ਜਿਹੜੇ ਵਿਚਾਰੇ ਕਿ ਮਿਨੀਮਮ ਵੇਜੇਸ ਵਗੈਰਾ ਤੇ ਕੰਮ ਕਰਦੇ ਨੇ, ਕੋਈ ਜ਼ਿਆਦਾ ਸਕਿਲਡ ਉਹਨਾਂ ਦੀਆਂ ਜੌਬ ਜਾਂ ਉਹਨਾਂ ਦੇ ਕੰਮ ਨਹੀਂ ਹੈਗੇ, ਉਹਨਾਂ ਦੇ ਲਈ ਘਰ ਅਫੋਰਡ ਕਰਨਾ ਅੱਜ ਦੀ ਡੇਟ ਦੇ ਵਿੱਚ ਕਾਫੀ ਜ਼ਿਆਦਾ ਜਿਵੇਂ ਕਹ ਲਓ ਮੁਸ਼ਕਿਲ ਹੀ ਨਹੀਂ, ਇੰਪੋਸੀਬਲ ਹੋ ਚੁੱਕਿਆ ਜੀ ਇਹ। ਐਨੀਵੇ, ਤੁਹਾਡੀ ਕੋਈ ਸਲਾਹ ਜਿਹੜੇ ਲੋਕਾਂ ਨੇ ਕੌਂਡੋਜ਼ ਦੇ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਹੋਣ? ਕਈ ਵਾਰੀ ਪੈਨਿਕ ਵਾਲੀ ਸਿਚੁਏਸ਼ਨ ਵੀ ਬਣ ਜਾਂਦੀ ਹੈ, ਮੇਰੇ ਖਿਆਲ ਉਸ ਤੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜਿਹੜੇ ਲੋਕ ਬਲਾਈਂਡਲੀ ਸਿਰਫ ਔਰ ਸਿਰਫ ਅੰਨ੍ਹੇਵਾਹ ਪੈਸਾ ਇਨਵੈਸਟ ਕਰੀ ਜਾ ਰਹੇ ਸੀ, ਬਗੈਰ ਸੋਚੇ ਸਮਝੇ, ਬਗੈਰ ਆਪਣੀ ਚਾਦਰ ਨੂੰ ਦੇਖਿਆ, ਮੇਰੇ ਖਿਆਲ ਦੇ ਵਿੱਚ ਇੱਕ ਤਾਂ ਉਹਨਾਂ ਨੂੰ ਜ਼ਰੂਰ ਦੁਬਾਰਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਔਰ ਜਿਹੜੇ ਵੀ ਇਹ ਪ੍ਰੋਜੈਕਟ ਅਗਰ ਅਬੰਡਨ ਹੁੰਦੇ ਹੈ ਤੇ ਫਿਰ ਮੇਰੇ ਖਿਆਲ ਹੈ ਬਿਲਡਰ ਕੋਲ ਇਹੀ ਹੋਏਗਾ ਕਿ ਰਿਫੰਡ ਕਰੇਗਾ ਔਰ ਥੋੜੀ ਜਿਹੀ ਵੇਟ ਕਰਨੀ ਚਾਹੀਦੀ ਹੈ। ਉਹਦੇ 'ਚ ਸੈਣੀ ਸਾਹਿਬ 2-3 ਚੀਜ਼ਾਂ ਨੇ ਜੋ ਮਤਲਬ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਕੋਈ ਨਵਾਂ ਕੋਈ ਵੀ ਚੀਜ਼ ਬਾਏ ਕਰਦੇ ਹੋ, ਘਰ ਬਾਏ ਕਰਦੇ ਹੋ ਜਾਂ ਕੌਂਡੋ ਬਾਏ ਕਰਦੇ ਹੋ, ਠੀਕ ਹੈ ਜੀ, ਭਾਵੇਂ ਮਾਰਕੀਟ ਦੇ ਵਿੱਚ ਜਿੰਨੀ ਮਰਜ਼ੀ ਡਿਮਾਂਡ ਆ, ਮਤਲਬ ਚਾਹੇ ਤੁਸੀਂ ਉੱਥੇ ਫਰਮ ਡੀਲ ਵੀ ਸਾਈਨ ਕਰਦੇ ਹੋ, ਆਪਣਾ ਜਿਹੜਾ ਐਗਰੀਮੈਂਟ ਆ ਨਾ ਉਹਨੂੰ ਆਪਣੇ ਲਾਇਰ ਦੇ ਨਾਲ ਇੱਕ ਵਾਰ ਰਿਵਿਊ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਐਗਰੀਮੈਂਟ ਦੇ ਵਿੱਚ ਕੀ ਚੀਜ਼ ਹੈ ਜੀ, ਤੁਹਾਡੇ ਐਗਰੀਮੈਂਟ ਦੇ ਵਿੱਚ ਤੁਹਾਡੇ ਕੋਲ ਕੀ ਆਪਸ਼ਨ ਆ ਤੇ ਤੁਹਾਡੇ ਬਿਲਡਰ ਦੇ ਕੋਲ ਕੀ ਆਪਸ਼ਨਸ ਨੇ ਜੀ ਉਸ ਐਗਰੀਮੈਂਟ ਦੇ ਬਾਰੇ। ਦੈਟਸ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਚੀਜ਼ ਆ। ਠੀਕ ਹੈ। ਨੰਬਰ 2 ਸੈਣੀ ਸਾਹਿਬ, ਜੋ ਮੈਂ ਮਹਿਸੂਸ ਕੀਤਾ ਇੱਥੇ 18 ਸਾਲ ਮਤਲਬ ਰੀਅਲ ਸਟੇਟ ਇੰਡਸਟਰੀ 'ਚ ਕੰਮ ਕਰਨ ਤੋਂ ਬਾਅਦ, ਜਿਹੜੇ ਵੀ ਬੰਦੇ ਇਨਵੈਸਟ ਕਰਨਾ ਚਾਹੁੰਦੇ ਆ ਜੀ ਰੀਅਲ ਸਟੇਟ ਦੇ ਵਿੱਚ, ਉਹ ਕਦੇ ਵੀ ਬਾਰੋ ਕਰਕੇ ਪੈਸਾ ਨਾ ਇਨਵੈਸਟ ਕਰਨ। ਮਤਲਬ ਪਾਸਟ ਦੇ ਵਿੱਚ ਉਹਨਾਂ ਨੇ ਸਪੈਕੂਲੇਸ਼ਨ ਕੀਤੀ ਆ, ਦੇਖਿਆ ਕਿ ਪ੍ਰਾਈਸ ਅੱਜ ਕਰ ਲਿਆ, ਆਪਾਂ 2 ਮਹੀਨਿਆਂ ਬਾਅਦ ਸੈਲ ਕਰਤਾ, ਉਹਨਾਂ ਨੇ ਮਤਲਬ ਜਿਵੇਂ ਉਹਨਾਂ ਕੋਲ ਡਾਊਨ ਪੇਮੈਂਟ ਵੀ ਹੈ ਹੀ ਸੀਗੀ, ਉਹਨਾਂ ਨੇ ਪੈਸਾ ਬਾਰੋ ਕੀਤਾ, ਸਾਰਾ ਪੈਸਾ 100% ਬਾਰੋ ਕਰਕੇ ਉਹ ਕੋਈ ਲੋਕ ਉਹ 'ਚ ਪੈਸੇ ਬਣਾ ਵੀ ਗਏ ਆ। ਬਟ ਐਜ ਏ ਰੀਅਲ ਇਨਵੈਸਟਰ ਜੇ ਤੁਸੀਂ ਇਨਵੈਸਟਰ ਹੋਣਾ ਤਾਂ ਤੁਹਾਡੇ ਕੋਲ ਆਪਣੀ ਜਿਹੜੀ 20-25% ਡਾਊਨ ਪੇਮੈਂਟ ਆ ਪ੍ਰੋਪਰਟੀ ਦੀ ਹੋਣੀ ਚਾਹੀਦੀ ਆ। ਉਹਦਾ ਰੀਜ਼ਨ ਇਹ ਹੈ ਕਿ ਜੇ ਤੁਹਾਡੇ ਕੋਲ ਆਪਣੀ ਵੀ ਡਾਊਨ ਪੇਮੈਂਟ ਹੈ ਨਹੀਂ ਗੀ, ਤੁਹਾਡੇ ਲਈ ਉਹ ਪ੍ਰੋਪਰਟੀ ਨੂੰ ਹੋਲਡ ਕਰਨਾ ਜਾਂ ਮੈਨੇਜ ਕਰਨਾ ਬਹੁਤ ਜ਼ਿਆਦਾ ਔਖਾ। ਔਰ ਤੀਜੀ ਚੀਜ਼ ਇਹ ਹੈ ਕਿ ਜਿਹੜੇ ਫਸਟ ਟਾਈਮ ਬਾਇਰਸ ਨੇ, ਜਿਹੜੇ ਕਿ ਸਭ ਤੋਂ ਜ਼ਿਆਦਾ ਜਿਵੇਂ ਕਹਿ ਲਓ ਕਿ ਮੁਸ਼ਕਲ ਸਿਚੁਏਸ਼ਨ ਦੇ ਵਿੱਚ ਨੇ ਇਸ ਮਾਰਕੀਟ ਦੇ ਵਿੱਚ, ਉਹਨਾਂ ਲਈ ਇਹ ਚੀਜ਼ ਆ ਕਿ ਉਹਨਾਂ ਨੂੰ ਭਾਵੇਂ ਕੋਈ ਛੋਟੀ ਪ੍ਰਾਪਰਟੀ ਜਾਂ ਥੋੜਾ ਜਿਹਾ ਬਾਹਰ ਕਿਸੇ ਟਾਊਨ ਦੇ ਵਿੱਚ ਵੀ ਆ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਉਹ ਕਮਿਊਟ ਕਰ ਸਕਦੇ ਨੇ ਜਾਂ ਰਹਿ ਸਕਦੇ ਨੇ, ਉਹਨਾਂ ਨੂੰ ਭਾਵੇਂ ਕੋਈ ਛੋਟੀ ਪ੍ਰਾਪਰਟੀ ਆ ਉਹ ਲੈ ਲੈਣੀ ਚਾਹੀਦੀ ਆ। ਕਿਉਂਕਿ ਜੇ ਉਹ ਲਗਾਤਾਰ ਰੈਂਟ ਤੇ ਰਹਿੰਦੇ ਨੇ ਜੀ, ਜਿਸ ਹਿਸਾਬ ਨਾਲ ਪ੍ਰਾਈਸਿਸ ਵਧ ਰਹੇ ਆ ਔਰ ਆਉਣ ਵਾਲੇ ਟਾਈਮ 'ਚ ਵੀ ਵਧਣਗੇ ਪ੍ਰਾਈਸ, ਇਹਨਾਂ ਦੇ ਵਿੱਚ ਕੋਈ ਇਦਾਂ ਦੀ ਸਿਚੁਏਸ਼ਨ ਨਹੀਂ ਲੱਗ ਰਹੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਸੈਣੀ ਸਾਹਿਬ ਵੀ ਬਹੁਤ ਵੱਡੀ ਮਾਰਕੀਟ 'ਚ ਚੇਂਜ ਆ ਜਾਣੀ ਆ। ਜਿਹੜੀਆਂ ਮੇਨ GTA ਦੀਆਂ ਲੋਕੇਸ਼ਨਸ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਲੈਣੀ ਚਾਹੀਦੀ ਆ। ਉਹਦੇ 'ਚ ਕੀ ਹੋਏਗਾ, ਜਦੋਂ ਉਹ ਮਾਰਕੀਟ 'ਚ ਐਂਟਰ ਕਰ ਜਾਂਦੇ ਆ ਇੱਕ ਵਾਰ, ਫਿਰ ਉਹਨਾਂ ਦੇ ਲਈ ਇੱਕ ਖਰਾਬ ਜਿਵੇਂ ਕਹ ਲਓ ਕਿ ਬਾਹਰ ਵਾਲੀ ਲੋਕੇਸ਼ਨ ਤੋਂ ਮੇਨ ਲੋਕੇਸ਼ਨ ਤੇ ਆਉਣਾ ਜ਼ਿਆਦਾ ਆਸਾਨ ਆ ਰਾਦਰ ਦੈਨ ਸਿੱਧਾ ਕਿਸੇ ਮੇਨ ਲੋਕੇਸ਼ਨ ਦੇ ਉੱਤੇ ਕੋਈ ਵੀ ਪ੍ਰਾਪਰਟੀ ਬਾਏ ਕਰਨੀ। ਹੁਣ ਤੁਸੀਂ ਸੈਣੀ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇੱਕ ਪ੍ਰੋਜੈਕਟ ਲਾਂਚ ਹੋਇਆ ਜੀ, ਉਹ ਪ੍ਰੋਜੈਕਟ ਟੋਰਾਂਟੋ ਦੇ ਵਿੱਚ ਲਾਂਚ ਹੋਇਆ, ਨੋ ਡਾਊਟ ਚਲੋ ਪ੍ਰੋਜੈਕਟ ਕਾਫੀ ਵਧੀਆ, ਉਹ ਕਿੰਗ ਸਟਰੀਟ ਦੇ ਉੱਪਰ ਆ। ਉਹਦਾ ਸਟਾਰਟਿੰਗ ਜਿਹੜਾ ਸੈਲਿੰਗ ਪ੍ਰਾਈਸ ਹੈ ਜੀ $2,000 ਪਰ ਸਕੁਅਰ ਫੀਟ ਹੈ ਜੀ, ਵਿਚ ਇਜ਼ $2,000 ਪਰ ਸਕੁਅਰ ਫੀਟ, ਜਿਹੜਾ ਕਿ ਮਤਲਬ ਜਿਵੇਂ ਕਹਿ ਲਓ ਕਿ ਕਾਫੀ ਹਾਈ ਪ੍ਰਾਈਸ ਆ। ਪਰ ਉਹਦੇ 'ਚ ਇਹ ਵੀ ਹੈ ਕਿ ਉਹਦੀ ਕਲੋਜ਼ਿੰਗ ਵੀ 8 ਸਾਲ ਬਾਅਦ ਆ ਜੀ।
ਮਤਲਬ ਹੁਣ 8 ਸਾਲ ਦਾ ਪ੍ਰੈਡਿਕਟ ਕਰਨਾ ਵੀ ਬੜਾ ਔਖਾ ਕਿ 8 ਸਾਲ ਦੇ ਵਿੱਚ ਮਾਰਕੀਟ ਦੀਆਂ ਕੰਡੀਸ਼ਨਸ ਕਿੱਦਾਂ ਰਹਿਣਗੀਆਂ ਜਾਂ ਕਿਵੇਂ ਹੋਏਗਾ। ਬਟ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਵੇਂ ਇੰਨੀ ਇੱਥੇ ਮੁਸ਼ਕਲ ਹੁੰਦੀ ਜਾ ਰਹੀ ਹੈ ਔਰ ਮਹਿੰਗਾਈ ਵੱਧਦੀ ਜਾ ਰਹੀ ਆ, ਜੇ ਕਿਸੇ ਬੰਦੇ ਨੇ ਟੋਰਾਂਟੋ ਦੇ ਵਿੱਚ ਰਹਿਣਾ ਹੋਵੇ, ਜੇ ਮੇਨ ਟੋਰਾਂਟੋ ਦੀ ਕੋਰ ਦੇ ਵਿੱਚ ਰਹਿਣਾ ਹੋਵੇ, ਤਾਂ ਉੱਥੇ ਉਹਨਾਂ ਦੇ ਲਈ ਇੱਕ ਕੌਂਡੋ ਵੀ ਅਫੋਰਡ ਕਰਨਾ ਅੱਜ ਦੀ ਡੇਟ ਦੇ ਵਿੱਚ ਕੋਈ ਬਹੁਤਾ ਸੌਖਾ ਕੰਮ ਨਹੀਂ ਰਿਹਾ ਜੀ। ਅੱਛਾ, ਇੱਕ ਹੋਰ ਖਬਰ ਮੈਂ ਜਾਂਦੇ ਤੁਹਾਡੇ ਨਾਲ ਸਾਂਝੀ ਕਰ ਲਵਾਂ, ਔਰ ਇਹ ਵੀ ਹੁਣੇ ਮੇਰੇ ਧਿਆਨ 'ਚ ਆਈ ਹੈ ਕਿ ਇੱਕ ਸਰਵੇ ਮੁਤਾਬਕ 22 ਮਿਲੀਅਨ ਘਰ ਚਾਹੀਦੇ ਹੈ ਕੈਨੇਡਾ ਦੇ ਵਿੱਚ 2030 ਤੱਕ। ਤੋਂ ਅਗਲੇ ਮਤਲਬ ਆਲਮੋਸਟ 7.5 ਸਾਲਾਂ ਦੇ ਵਿੱਚ 7.5 ਸਾਲਾਂ 'ਚ 22 ਮਿਲੀਅਨ ਘਰ ਚਾਹੀਦੇ ਹੈ, ਜਿਹੜੀ ਡਿਮਾਂਡ ਹੈ ਇਸ ਵੇਲੇ ਕੈਨੇਡਾ ਦੇ ਵਿੱਚ। ਤਾਂ ਇੱਕ ਪਾਸੇ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਕੋਈ ਕਮੀ ਨਹੀਂ, ਇਹ ਨਹੀਂ ਕਿ ਡਿਮਾਂਡ ਨਹੀਂ ਹੈ, ਘਰ ਜ਼ਿਆਦਾ ਬਣ ਰਹੇ ਹੈ, ਗੱਲ ਉਲਟਾ ਹੈ ਬਲਕਿ। ਪਰ ਦੂਜੇ ਪਾਸੇ ਉਹਨਾਂ ਦੀ ਕਾਸਟ ਇੰਨੀ ਜ਼ਿਆਦਾ ਹੈ ਕਿ ਅਫੋਰਡੇਬਿਲਟੀ ਤੋਂ ਬਾਹਰ ਹੈ। ਔਰ ਇੱਕ ਹੋਰ ਸਰਵੇ ਹੋਇਆ ਜਿਹਦੇ 'ਚ ਦੱਸਿਆ ਗਿਆ ਕਿ 2003-2004 ਦੇ ਵਿੱਚ ਜਿਹੜਾ ਕਿਸੇ ਇਨਸਾਨ ਦੀ ਜੋ ਵੀ ਇਨਕਮ ਸੀ ਉਹਦਾ 40% ਉਹ ਘਰ ਨੂੰ ਉਹਦੇ ਨੂੰ ਜਾਂਦਾ ਸੀ ਅਫੋਰਡ ਕਰਨ ਵਾਸਤੇ। 2021 ਦੇ ਵਿੱਚ ਇਹ ਵੱਧ ਕੇ ਹੁਣ 60% ਤੋਂ ਉੱਪਰ ਹੋ ਗਿਆ। ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਲਈ ਮਾਰੋ ਮਾਰ ਪਈ ਹੈ ਪ੍ਰਵੀਨ, 2/3 ਜਿਹੜੀ ਡਿਮਾਂਡ ਹੈ ਉਹ ਬ੍ਰਿਟਿਸ਼ ਕੋਲੰਬੀਆ ਤੇ ਅੰਟਾਰੀਓ, ਇਹਨਾਂ ਦੋਵਾਂ ਸੂਬਿਆਂ 'ਚ ਹੀ ਹੈ ਸਭ ਤੋਂ ਜ਼ਿਆਦਾ। ਤਾਂ ਮੇਰਾ ਮਤਲਬ ਇਹ ਹੈ ਵੀ ਇਹ 22 ਮਿਲੀਅਨ ਘਰ ਬਣਾਉਣੇ ਇਹ ਕੋਈ ਸੌਖਾ ਤਾਂ ਹੈ ਨਹੀਂ, ਖਾਲਾ ਜੀ ਦਾ ਬਾੜਾ ਨਹੀਂ ਹੈ। ਸੈਣੀ ਸਾਹਿਬ, ਆਪਾਂ ਇਹ ਕਈ ਵਾਰ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਟੀਵੀ ਦੇ ਵਿੱਚ ਉੱਪਰ ਵੀ ਆਪਾਂ ਕਈ ਵਾਰ ਇਹ ਚੀਜ਼ ਡਿਸਕਸ ਕੀਤੀ ਆ ਕਿ GTA ਦੀ ਜਿਹੜੀ ਮੇਨ ਕੋਰ ਆ ਜੀ, GTA ਦੀ ਮੇਨ ਕੋਰ ਜਿਵੇਂ ਕਹਿ ਲਈਏ ਕਿ ਜਿਹਦੇ 'ਚ ਆਪਾਂ ਬਰੈਂਪਟਨ, ਮਿਸਿਸਾਗਾ, ਈਟੋਬੀਕੋ, ਮਾਰਖਮ, ਆਪਣੇ ਜਿਹੜੇ ਸਕਾਰਬੋਰੋ, ਇਹ ਸਾਰੇ ਜਿਹੜੇ ਏਰੀਆਜ਼ ਲੱਗਦੇ ਨੇ ਜੀ, ਇਹਨਾਂ ਦੇ ਵਿੱਚ ਐਵਰੇਜ ਸਾਲ ਦੇ ਵਿੱਚ 5 ਤੋਂ 6 ਹਜ਼ਾਰ ਯੂਨਿਟ ਆਉਂਦੇ ਆ ਜੀ ਲੋ ਰਾਈਜ਼ ਦੇ। 5 ਤੋਂ 6 ਹਜ਼ਾਰ, ਹਾਈ ਰਾਈਜ਼ ਜ਼ਰੂਰ ਜ਼ਿਆਦਾ ਯੂਨਿਟਸ ਆਉਂਦੇ ਆ, ਜਿਹੜਾ ਕਿ ਬਹੁਤ ਥੋੜਾ ਨੰਬਰ ਆ ਜੀ। ਔਰ ਇੱਥੇ ਅੱਜ ਦੀ ਡੇਟ ਦੇ ਵਿੱਚ ਵੀ ਨੋ ਡਾਊਟ ਚਲੋ ਮਾਰਕੀਟ ਹੁਣ ਇਸ ਟਾਈਮ ਡਾਊਨਵਰਡਸ ਆ, ਮਤਲਬ ਮਾਰਕੀਟ ਦੇ ਵਿੱਚ ਡਿਮਾਂਡ ਹੈਗੀ ਆ, ਪਰ ਲੋਕੀ ਡਰ ਕਰਕੇ ਘਰ ਨਹੀਂ ਬਾਏ ਕਰ ਰਹੇ ਵੀ ਸ਼ਾਇਦ ਪ੍ਰਾਈਸਿਸ ਹੋਰ ਥੱਲੇ ਚਲੇ ਜਾਣਗੇ। ਇਹ ਡਿਮਾਂਡ ਮਤਲਬ ਬਹੁਤ ਜ਼ਿਆਦਾ ਜਿਵੇਂ ਕਹ ਲਓ ਸਪਲਾਈ ਦੇ ਮੁਕਾਬਲੇ। ਪਰ ਇਹ ਚੀਜ਼ ਕਿੰਨਾ ਟਾਈਮ ਹੋਲਡ ਤੇ ਰਹੇਗੀ? ਕੋਈ ਬਹੁਤ ਲੰਬਾ ਟਾਈਮ ਹੋਲਡ ਤੇ ਨਹੀਂ ਰਹੇਗੀ। ਮੈਨੂੰ ਜੋ ਹਾਲਾਤ ਨਜ਼ਰ ਆ ਰਹੇ ਨੇ GTA ਦੇ ਸੈਣੀ ਸਾਹਿਬ, ਕਿ ਅੱਜ ਤੋਂ 10 ਜਾਂ 20 ਸਾਲ ਬਾਅਦ ਜਿੱਦਾਂ ਮੈਨਹੈਟਨ ਦਾ ਹਾਲ ਆ ਜੀ ਨਿਊਯਾਰਕ ਦੇ ਵਿੱਚ, ਇੰਡੀਆ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਬੰਬੇ ਦਾ ਹਾਲ ਆ, ਇੱਥੇ ਘਰ ਲੈਣਾ, ਇੱਥੇ ਰਹਿਣਾ, ਜਿਵੇਂ ਕਹਿ ਲਓ ਕਿ ਉਹਦੀ ਲਿਵਿੰਗ ਕਾਸਟ ਆ ਕਾਫੀ ਜ਼ਿਆਦਾ ਹਾਈ ਹੋ ਜੂਗੀ, ਕਿਉਂਕਿ ਡਿਮਾਂਡ ਹਜੇ ਵੀ ਬਹੁਤ ਆ, ਲੋਕ ਬਹੁਤ ਨੇ ਇੱਥੇ, ਪਰ ਸਪਲਾਈ ਆ ਜਿਹੜੀ ਉਹ ਹਜੇ ਵੀ ਬਹੁਤ ਥੋੜੀ ਹੈ। ਥੈਂਕ ਯੂ ਪ੍ਰਵੀਨ, ਸ਼ੁਕਰੀਆ ਤੁਹਾਡਾ। ਔਰ 22 ਮਿਲੀਅਨ ਘਰ ਅਗਰ ਚਾਹੀਦੇ ਆ 2030 ਤੱਕ, ਤੇ ਦਾ ਮਤਲਬ ਇਹ ਹੈ ਕਿ ਐਵਰੇਜ 2.5 ਮਿਲੀਅਨ ਘਰ ਜਿਹੜਾ ਉਹ ਬਣਨਾ ਚਾਹੀਦਾ ਹੈ ਹਰ ਸਾਲ ਕੈਨੇਡਾ ਦੇ ਵਿੱਚ। 2.5 ਮਿਲੀਅਨ ਘਰ ਮਤਲਬ ਬਹੁਤ ਹੀ, ਮੈਂ ਹੈਰਾਨ ਹਾਂ। ਪੋਸੀਬਿਲਿਟੀ ਹੈ 25 ਲੱਖ ਘਰ ਬਣੇ ਤਾਂ ਜਾ ਕੇ ਡਿਮਾਂਡ ਪੂਰੀ ਹੋਵੇ ਪੂਰੇ ਮੁਲਕ ਦੇ ਵਿੱਚ। ਇਹ ਲੱਗਦਾ ਨਹੀਂ, ਆਲਮੋਸਟ ਇੰਪੋਸੀਬਲ ਇਹ ਗੱਲ ਲੱਗਦੀ ਹੈ। ਹਾਲਾਂਕਿ ਫੋਰਡ ਸਾਹਿਬ ਨੇ ਵੀ ਕਿਹਾ ਸੀ ਕਿ ਅਗਲੇ 50 ਸਾਲਾਂ 'ਚ ਅਸੀਂ 1.5 ਮਿਲੀਅਨ ਘਰ ਬਣਾਵਾਂਗੇ। तो 1.5 ਮਿਲੀਅਨ ਉਹਨਾਂ ਨੇ ਕਿਹਾ ਜੀ ਅਗਲੇ 5 ਸਾਲਾਂ 'ਚ ਬਣਾਵਾਂਗੇ। ਇਹ ਕਿਵੇਂ ਜਾ ਕੇ ਪੂਰੇ ਕੈਨੇਡਾ ਦੀ ਜਿਹੜੀ ਡਿਮਾਂਡ ਹੈ ਪੂਰੀ ਹੋਏਗੀ, ਇਹ ਆਪਣੇ ਆਪ 'ਚ ਇੱਕ ਸਭ ਤੋਂ ਵੱਡਾ ਇਸ ਵੇਲੇ ਸਵਾਲ ਹੈ। ਤੋ ਇਹ ਲੋਕ ਆਈ ਜਾਣਗੇ, ਇਮੀਗ੍ਰੈਂਟ ਆ ਰਹੇ ਆ, ਆਈ ਜਾਣਗੇ। ਅੱਜ ਅਸੀਂ ਮਿਨਿਸਟਰ ਆਫ ਇਮੀਗ੍ਰੇਸ਼ਨ ਨਾਲ ਗੱਲ ਵੀ ਕਰਨੀ ਹੈ, ਉਹਨਾਂ ਨੂੰ ਵੀ ਪੁੱਛਾਂਗੇ ਵੀ ਭਾਈ ਬੰਦੇ ਤਾਂ ਸੱਦ ਰਹੇ ਹੋ, ਲੇਕਿਨ ਇਹ ਘਰ ਕਿੱਥੇ ਰਹਿਣਗੇ ਲੋਕ ਆ ਕੇ, ਕਿੱਥੇ? ਇਹ ਤੁਹਾਨੂੰ ਕਦੀ ਚਿੰਤਾ ਹੋਈ ਇਸ ਗੱਲ ਦੀ? ਔਰ ਕਿਹੜੇ ਪ੍ਰਾਈਸ 'ਤੇ ਰਹਿਣਗੇ, ਕਿਸ ਅਫੋਰਡੇਬਿਲਿਟੀ 'ਤੇ ਰਹਿਣਗੇ, ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਪ੍ਰਵੀਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡੇ ਨਾਲ ਫਿਰ ਜਲਦੀ ਗੱਲ ਕਰਾਂਗੇ। ਆਪਣਾ ਕੋਈ ਨੰਬਰ ਦੇ ਦਿਓ, ਕੋਈ ਕੁਐਸਚਨ ਹੋਏ ਕਿਸੇ ਸਾਡੇ ਲਿਸਨਰ ਨੂੰ। ਹਾਂਜੀ ਹਾਂਜੀ ਸੈਣੀ ਸਾਹਿਬ, ਸਾਡਾ ਨੰਬਰ ਹੈ ਜੀ 4169108923। ਅਗਰ ਕਿਸੇ ਵੀ ਸਰੋਤਿਆਂ ਦਾ ਕੋਈ ਵੀ ਰੀਅਲ ਸਟੇਟ ਬਾਰੇ ਕੁਐਸਚਨ ਹੋਵੇ, ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਜੀ। ਨੰਬਰ ਮੈਂ ਦੁਬਾਰਾ ਰਿਪੀਟ ਕਰਦਾ ਜੀ, 4169108923। ਬਹੁਤ ਬਹੁਤ ਸ਼ੁਕਰੀਆ ਪ੍ਰਵੀਨ, ਥੈਂਕ ਯੂ ਸੋ ਮਚ। ਇਹ ਸਨ ਪ੍ਰਵੀਨ ਅਰੋੜਾ। तो ਅਸੀਂ ਅੱਜ ਕਾਫੀ ਖੁੱਲ੍ਹ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਰੀਅਲ ਸਟੇਟ ਦੇ ਬਾਰੇ 'ਚ, ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਕਾਫੀ ਮਿਲ ਗਈ ਹੋਏਗੀ। ਆਪਣਾ ਫੈਸਲਾ ਸੋਚ ਸਮਝ ਕੇ ਕਰਨਾ, ਇਹ ਮੇਰੀ ਤੁਹਾਨੂੰ ਬਾਰ-ਬਾਰ ਬੇਨਤੀ ਹੈ।